ਸਾਰੇ ਪਠਾਨਕੋਟ ਵਾਸੀਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਸਟੈਂਡ ਅਲੋਨ ਸ਼ਾਪਸ ਉਹਨਾਂ ਨੂੰ ਅਸੀਂ ਪਿਛਲੇ 2 ਦਿਨਾਂ ਤੋਂ ਅਸੀਂ ਖੋਲ੍ਹ ਦਿੱਤਾ ਸੀਗਾ ਔਰ ਅਗਲੀਆਂ ਜਿਹੜੀਆਂ ਛੋਟਾਂ ਹੈਗੀਆਂ ਨੇ ਜਿਸ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਨੇ ਅਸੀਂ ਵੀ ਹੁਣ ਪਠਾਨਕੋਟ ਦੇ ਵਿੱਚ ਸੋਚ ਰਹੇ ਹਾਂ ਕਿ ਆਪਾਂ ਵੀ ਸਰਕਾਰ ਨੇ ਜਿਹੜਾ ਹੁਕਮ ਕੀਤਾ ਹੈ ਉਹਦੇ ਮੁਤਾਬਕ ਸ਼ਹਿਰ ਦੇ ਵਿੱਚ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਮੇਨ ਬਾਜ਼ਾਰਾਂ ਦੇ ਵਿੱਚ ਚਾਹੇ ਉਹ ਰੋਟੇਸ਼ਨ ਪਾਲਿਸੀ ਹੋ ਜਾਏ ਵੀ ਇੱਕ ਦਿਨ ਕੱਪੜੇ ਦੀ ਦੁਕਾਨ ਹੈ ਦੂਸਰੇ ਦਿਨ ਜਿਹੜਾ ਹੈ ਮੁਨਿਆਰੀ ਇਸ ਤਰ੍ਹਾਂ ਦੇ ਗਰੁੱਪ ਬਣਾ ਕੇ ਜਾਂ ਮੋਬਾਈਲ ਦੀਆਂ ਦੁਕਾਨਾਂ ਐਨਕਾਂ ਦੀ ਰਿਪੇਅਰ ਇਸ ਤਰ੍ਹਾਂ ਦੇ ਅਸੀਂ ਅਲੱਗ-ਅਲੱਗ ਗਰੁੱਪ ਬਣਾ ਰਹੇ ਹਾਂ 2-3 ਗਰੁੱਪ ਬਣਾ ਕੇ ਵੱਖਰੇ ਦਿਨਾਂ 'ਚ ਉਹਨਾਂ ਨੂੰ ਖੋਲ੍ਹਿਆ ਜਾਵੇ। ਸੋ ਇਹ ਹੁਕਮ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕੱਲ੍ਹ ਤੋਂ ਇਹ ਹੁਕਮ ਅਸੀਂ ਕੱਲ੍ਹ ਹੁਕਮ ਕਰਕੇ ਪਰਸੋਂ ਸਵੇਰ ਤੋਂ ਅਸੀਂ ਇਹਨੂੰ ਲਾਗੂ ਕਰੀਏ ਔਰ ਉਹਦੀ ਟਾਈਮਿੰਗ ਵੀ ਅਸੀਂ ਜਿਹੜੀ ਹੁਣ ਸਰਕਾਰ ਵੱਲੋਂ ਆਈ ਹੈ ਕਿ ਲੋਕਾਂ ਨੇ ਮੰਗ ਕੀਤੀ ਹੈ ਕਿ 9 ਤੋਂ 1 ਵਜੇ ਤੱਕ ਉਹਦਾ ਟਾਈਮ ਕਰਤਾ ਜਾਵੇ ਉਹ ਵੀ ਅਸੀਂ ਉਹਦੇ ਮੁਤਾਬਕ ਹੁਕਮ ਕਰਾਂਗੇ। ਨਾਲ ਹੀ ਜਿਹੜੀਆਂ ਕੋਈ ਜ਼ਰੂਰੀ ਵਸਤਾਂ ਨੇ ਉਹਨਾਂ ਬਾਰੇ ਵੀ ਹੁਕਮ ਕਰਾਂਗੇ ਕਿਉਂਕਿ ਉਹ ਥੋੜ੍ਹੀ ਅਰਲੀ ਮਾਰਨਿੰਗ ਚਾਹੀਦੀਆਂ ਹੁੰਦੀਆਂ ਨੇ। ਸੋ ਇਸ ਸਾਰੀ ਚੀਜ਼ ਨੂੰ ਅਸੀਂ ਹੁਣ ਹੁਕਮ ਕਰਨ ਜਾ ਰਹੇ ਹਾਂ। ਜਿਹੜੀ ਸਾਰੇ ਪਠਾਨਕੋਟ ਵਾਸੀਆਂ ਨਾਲ ਮੇਨ ਮਕਸਦ ਹੈ ਮੇਰਾ ਅੱਜ ਗੱਲ ਕਰਨ ਦਾ ਉਹਦਾ ਮੇਨ ਮਕਸਦ ਇਹ ਹੈ ਕਿ ਜਦੋਂ ਅਸੀਂ ਕੱਲ੍ਹ ਹੁਕਮ ਇਹ ਜਾਰੀ ਕਰਾਂਗੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 40 ਦਿਨਾਂ ਦੇ ਵਿੱਚ ਜੋ ਅਸੀਂ ਹੁਕਮ ਸਮੇਂ ਤੇ ਦਿੰਦੇ ਰਹੇ ਸਰਕਾਰ ਦੇ ਲੋਕਾਂ ਨੇ ਕਾਫੀ ਹੱਦ ਤੱਕ ਉਹਨਾਂ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਸਹਿਯੋਗ ਦਿੱਤਾ ਔਰ ਨਿਭਾਇਆ ਔਰ ਤਕਲੀਫ ਵੀ ਸਹੀ ਘਰਾਂ 'ਚ ਰਹੇ ਬੜਾ ਔਖਾ ਹੁੰਦਾ ਹੈ ਰਹਿਣਾ ਲੇਕਿਨ ਉਹਨਾਂ ਨੇ ਇਹ ਤਕਲੀਫ ਵੀ ਝੱਲੀ। ਲੇਕਿਨ ਆਪਾਂ ਨੂੰ ਪਤਾ ਹੈ ਕਿ ਇਸ ਬਿਮਾਰੀ ਦੀ ਲੜਾਈ 'ਚ ਆਪਾਂ ਨੇ ਉਸ ਜਿਹੜੀ 40 ਦਿਨਾਂ ਦੀ ਆਪਣੀ ਮਿਹਨਤ ਸੀ ਇੰਜ ਕਰਨ ਦੇ ਨਾਲ ਆਪਾਂ ਸਾਰਿਆਂ ਨੇ ਇਸ ਬਿਮਾਰੀ ਨੂੰ ਇੱਕ ਪੱਧਰ 'ਤੇ ਰੋਕ ਕੇ ਵੀ ਜ਼ਰੂਰ ਰੱਖਿਆ ਔਰ ਆਪਾਂ ਆਪਣੇ ਸ਼ਹਿਰ ਦੇ ਬਹੁਤ ਜ਼ਿਆਦਾ ਜ਼ਰੂਰਤ ਤੋਂ ਵੱਧ ਕੇਸ ਵਧਣ ਵੀ ਨਹੀਂ ਦਿੱਤੇ ਔਰ ਜਿਸ ਤਰ੍ਹਾਂ ਆਪਣੇ ਕੇਸ ਆਏ ਹੌਲੀ ਉਹ ਕੇਸ ਵਾਪਸ ਠੀਕ ਹੋ ਕੇ ਵੀ ਜਾਣੇ ਸ਼ੁਰੂ ਹੋ ਗਏ। ਹੁਣ ਵੀ 1-1 2-2 ਕੇਸ ਜੇ ਆ ਰਹੇ ਨੇ ਤੇ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਇਹ ਐਸੀ ਬਿਮਾਰੀ ਹੈ ਜਿਹਦੇ 'ਚ ਇਹ ਨਹੀਂ ਹੈ ਕਿ ਵੀ ਜੇ ਹੋ ਗਈ ਹੈ ਤੇ ਬਹੁਤ ਵੱਡੀ ਪ੍ਰੋਬਲਮ ਹੈ। ਜੇ ਹੋ ਗਈ ਹੈ ਤੇ ਥੋੜ੍ਹੇ ਜਿਹੇ 13-14 ਦਿਨਾਂ ਦਾ ਇੱਕ ਪ੍ਰੋਸੀਜਰ ਹੈ ਉਸ ਤੋਂ ਬਾਅਦ 'ਚ ਮੈਡੀਸਨ ਖਾ ਕੇ ਉਹ ਠੀਕ ਵੀ ਹੋ ਕੇ ਲੋਕ ਵਾਪਸ ਜਾ ਰਹੇ ਨੇ। ਸਿਰਫ ਇੱਕੋ ਹੀ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਆਪਾਂ ਬਹੁਤ ਜ਼ਿਆਦਾ ਲੋਕ ਜੇ ਇੱਕਦਮ ਬਿਮਾਰ ਹੁੰਦੇ ਆ ਉੱਥੇ ਜਾ ਕੇ ਕਈ ਵਾਰੀ ਮੁਸ਼ਕਿਲ ਹੁੰਦੀ ਹੈ ਸਾਡੀ ਵਿਵਸਥਾ ਦੇ ਵਿੱਚ ਇੱਕਦਮ ਇੰਨੇ ਲੋਕਾਂ ਨੂੰ ਜੇ ਆਪਾਂ ਹੈਂਡਲ ਕਰਨਾ ਹੈ ਤਾਂ ਮੁਸ਼ਕਿਲ ਆ ਜਾਂਦੀ ਹੈ। ਉਹਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਸਾਰੇ ਜਾਣੇ ਇਸ ਗੱਲ ਨੂੰ ਬੇਹੱਦ ਸੰਜੀਦਗੀ ਦੇ ਨਾਲ ਸਮਝ ਲਈਏ ਕਿ ਜੇ ਆਪਾਂ ਦੂਰ ਰਵਾਂਗੇ ਭੀੜ ਭੜੱਕਾ ਨਹੀਂ ਕਰਾਂਗੇ ਹੌਲੀ ਜੋ ਸਰਕਾਰ ਦੀਆਂ ਹਦਾਇਤਾਂ ਉਹਦੇ ਮੁਤਾਬਕ ਮਾਸਕ ਲਾ ਕੇ ਪਬਲਿਕ ਪਲੇਸ 'ਤੇ ਵਿਚਰਾਂਗੇ ਤੇ ਜੇ ਇਨਫੈਕਸ਼ਨ ਹੁੰਦੀ ਵੀ ਹੈ ਕਿਸੇ ਤਰੀਕੇ ਨਾਲ ਤੇ ਉਹ ਬੜੀ ਹੌਲੀ ਤਰੀਕੇ ਦੇ ਨਾਲ ਹੋਏਗੀ ਔਰ ਜੇ ਉਹਦੇ 'ਚੋਂ ਖੁਦਾ ਨਾ ਖਾਸਤਾ ਕੋਈ ਬਿਮਾਰ ਵੀ ਹੁੰਦਾ ਹੈ ਤੇ ਉਹ ਹੋ ਜਾਂਦਾ ਹੈ ਕਿ ਉਹ ਦਾਖਲ ਹੋ ਕੇ ਠੀਕ ਹੋ ਕੇ ਵਾਪਸ ਵੀ ਚਲ ਜਾਏਗਾ। ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਆਪਾਂ ਆਪਣਾ ਜਿਹੜਾ ਹੈ ਮੈਡੀਕਲ ਵਿਵਸਥਾ ਨੂੰ ਬੜੇ ਬਿਹਤਰ ਤਰੀਕੇ ਦੇ ਨਾਲ ਲੋਕਾਂ ਦਾ ਇਲਾਜ ਵੀ ਕਰ ਪਾਵਾਂਗੇ ਔਰ ਕੋਈ ਘਬਰਾਉਣ ਦੀ ਗੱਲ ਵੀ ਨਹੀਂ ਹੈ। ਲੇਕਿਨ ਇਹ ਤਾਂ ਹੀ ਸੰਭਵ ਹੋਏਗਾ ਜੇ ਸਾਡੇ ਸਾਰੇ ਲੋਕ ਆਪਣੇ ਬੱਚੇ ਆਪਾਂ ਇਸ ਗੱਲ ਨੂੰ ਸਮਝਾਂਗੇ ਕਿ ਆਉਣ ਵਾਲੇ ਸਮੇਂ 'ਚ ਜੋ ਸਰਕਾਰ ਦੀ ਡਿਊਟੀ ਸੀ ਸਰਕਾਰ ਨੇ ਨਿਭਾ ਕੇ ਇਹ 40 ਦਿਨ ਅਸੀਂ ਸਖਤੀ ਵੀ ਕੀਤੀ ਪੁਲਿਸ ਨੇ ਕਰਫਿਊ ਵੀ ਲਗਾ ਕੇ ਰੱਖਿਆ ਤੁਹਾਨੂੰ ਅਸੀਂ ਰੋਕਿਆ ਵੀ ਲੇਕਿਨ ਹੁਣ ਜਿਸ ਤਰ੍ਹਾਂ ਅਸੀਂ ਛੋਟਾਂ ਤੁਹਾਨੂੰ ਦੇਣ ਲੱਗੇ ਹਾਂ ਬੜੀ ਵੱਡੀ ਜ਼ਿੰਮੇਵਾਰੀ ਅਸੀਂ ਪਰਿਵਾਰ ਦੇ ਉੱਪਰ ਪਾ ਰਹੇ ਹਾਂ ਲੋਕਾਂ ਦੇ ਉੱਤੇ ਪਾ ਰਹੇ ਹਾਂ ਸਮਾਜ ਸੁਧਾਰਕਾਂ ਦੇ ਉੱਤੇ ਪਾ ਰਹੇ ਹਾਂ ਚੁਣੇ ਹੋਏ ਨੁਮਾਇੰਦਿਆਂ ਦੇ ਉੱਤੇ ਪਾ ਰਹੇ ਹਾਂ ਮੁਹੱਲਾ ਲੈਵਲ 'ਤੇ ਪ੍ਰਧਾਨਾਂ ਦੇ ਉੱਤੇ ਵਪਾਰ ਮੰਡਲਾਂ ਦੇ ਉੱਤੇ ਪਾ ਰਹੇ ਹਾਂ ਕਿ ਜੇ ਹੁਣ ਇਹ ਛੋਟਾਂ ਅਸੀਂ ਤੁਹਾਨੂੰ ਦੇਣੀਆਂ ਹੈ ਇਹਨਾਂ ਛੋਟਾਂ ਨੂੰ ਬੜੀ ਸਮਝ ਬੂਝ ਦੇ ਨਾਲ ਲਾਗੂ ਕਰਵਾਓ ਤਾਂ ਕਿ ਸਾਡੀ ਜਿਹੜੀ ਬਿਮਾਰੀ ਜਿਹਨੂੰ ਅਸੀਂ ਰੋਕ ਕੇ ਰੱਖਿਆ ਹੈ ਆਪਾਂ ਕਿਤੇ ਉਹਨੂੰ ਫਿਰ ਆਪਣੇ ਹੱਥੋਂ ਨਾ ਨਿਕਲ ਜਾਵੇ ਔਰ ਉਹਦੇ ਲਈ ਇੱਕੋ ਹੀ ਮੇਰੀ ਅਪੀਲ ਹੈ ਜਦੋਂ ਅਸੀਂ ਇਹ ਕੱਲ੍ਹ ਹੁਕਮ ਜਾਰੀ ਕਰੀਏ ਤੇ ਪਰਸੋਂ ਸਵੇਰ ਤੋਂ ਲੋਕ ਬਾਜ਼ਾਰਾਂ 'ਚ ਆਉਣ
ਇੱਕ ਤੇ ਉਸੇ ਰੋਟੇਸ਼ਨ ਦੇ ਮੁਤਾਬਕ ਦੁਕਾਨਾਂ ਖੁੱਲ੍ਹਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਹੁਕਮ 'ਚ ਦਰਜ ਹੋਵੇਗਾ। ਦੂਸਰਾ, ਜੇ ਅਸੀਂ ਟ੍ਰੈਫਿਕ ਬੰਦ ਕੀਤੀ ਹੈ ਤੇ ਕੋਈ ਬੰਦਾ ਮੋਟਰਸਾਈਕਲ ਦੇ ਉੱਤੇ ਜੇ ਆ ਰਿਹਾ ਹੈ ਤੇ ਸਿਰਫ ਉਹੀ ਮੋਟਰਸਾਈਕਲ ਤੇ ਕਾਰ ਦੀ ਵਰਤੋਂ ਕਰ ਸਕਦਾ ਜੇ ਕਿਸੇ ਨੇ ਦਫ਼ਤਰ ਜਾਣਾ ਹੈ ਜਾਂ ਜਿਹੜੇ ਦਫ਼ਤਰ ਅਸੀਂ ਉਹਨੂੰ ਖੋਲ੍ਹ ਰਹੇ ਹਾਂ। ਆਮ ਲੋਕਾਂ ਵਾਸਤੇ ਇਹ ਛੋਟ ਨਹੀਂ ਹੋਵੇਗੀ। ਵਾਹੀਕਲ ਟ੍ਰੈਫਿਕ ਬਿਲਕੁਲ ਬੰਦ ਰਹੇਗਾ। ਮੋਟਰਸਾਈਕਲ ਤੇ 2 ਜਣਿਆਂ ਦੇ ਚੜ੍ਹਨ ਤੇ ਬਿਲਕੁਲ ਪਾਬੰਦੀ ਰਹੇਗੀ। ਗੱਡੀ ਦੇ ਵਿੱਚ ਵੀ ਸਿਰਫ ਇੱਕ ਡਰਾਈਵਰ ਤੇ ਇੱਕ ਆਦਮੀ ਪਿੱਛੇ ਹੋਏਗਾ, ਉਹਦੇ 'ਚ ਵੀ ਤੁਸੀਂ ਜ਼ਿਆਦਾ ਜਾਣੇ ਨਹੀਂ ਬੈਠ ਸਕਦੇ। ਇਹ ਸਾਰੀਆਂ ਦੀਆਂ ਸਾਰੀਆਂ ਪਾਬੰਦੀਆਂ ਦੀ ਬੜੀ ਬਰੀਕੀ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਪੈਣੀ ਹੈ, ਕਿਉਂਕਿ ਅਸੀਂ ਖੁਦ ਵੀ ਇਹਦੇ 'ਤੇ ਅੱਖ ਰੱਖਾਂਗੇ, ਮੋਨੀਟਰ ਕਰਾਂਗੇ। ਔਰ ਜਿਹੜੀ ਦੁਕਾਨ ਆਪਣੀ ਰੋਟੇਸ਼ਨ ਪਾਲਿਸੀ ਤੋਂ ਬਾਹਰ ਜਾ ਕੇ ਖੁੱਲ੍ਹਦੀ ਹੈ ਉਸ ਦੁਕਾਨ ਨੂੰ ਇੱਕ ਚੇਤਾਵਨੀ ਦੇਣ ਤੋਂ ਬਾਅਦ ਦੂਸਰੀ ਵਾਰੀ ਸੀਲ ਕਰ ਦਿੱਤਾ ਜਾਏਗਾ ਔਰ ਅਸੀਂ ਉਸ ਦੁਕਾਨ ਨੂੰ ਬਿਲਕੁਲ ਨਹੀਂ ਖੋਲਾਂਗੇ, ਕਿਉਂਕਿ ਉਹ ਦੁਕਾਨ ਸਾਡੇ ਸ਼ਹਿਰ ਵਾਸਤੇ ਬਿਮਾਰੀ ਫੈਲਾਉਣ ਵਾਸਤੇ, ਇਹਦਾ ਮਤਲਬ ਇਹ ਹੈ ਕਿ ਉਹ ਸੰਜੀਦਾ ਨਹੀਂ ਹੈ ਔਰ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਔਰ ਕਿਸੇ ਇੱਕ ਬੰਦੇ ਦੀ ਨਲਾਇਕੀ ਕਰਕੇ ਅਸੀਂ ਸ਼ਹਿਰ ਨੂੰ ਰਿਸਕ 'ਚ ਨਹੀਂ ਪਾ ਸਕਦੇ। ਸੋ ਮੇਰੀ ਬੇਨਤੀ ਹੈ ਵੀ ਉਹ ਸਾਰੇ ਦੁਕਾਨਦਾਰ ਵੀਰ ਇਸ ਗੱਲ ਨੂੰ ਸਮਝਣ ਕਿ ਹੁਕਮ ਦੇ ਮੁਤਾਬਕ ਰੋਟੇਸ਼ਨ 'ਚ ਖੋਲ੍ਹਣ ਔਰ ਜਦੋਂ ਉਹਨਾਂ ਦੇ ਗਾਹਕ ਦੁਕਾਨਾਂ 'ਤੇ ਆਉਂਦੇ ਨੇ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ, ਦੂਰੀ ਬਣਾ ਕੇ ਖੜੇ ਰਹਿਣਾ, ਇੱਕ ਇੱਕ ਕਰਕੇ ਉਹਨਾਂ ਨੂੰ ਵਿਚਰਨਾ, ਮਾਸਕ ਪਾਉਣ ਲਈ ਕਹਿਣਾ, ਖੁਦ ਮਾਸਕ ਪਾ ਕੇ ਰੱਖਣਾ। ਇਹ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਦੁਕਾਨਦਾਰ ਵੀਰ ਵੀ ਨਿਭਾਉਣਗੇ ਔਰ ਅਸੀਂ ਵੀ ਸਰਕਾਰੀ ਤੌਰ 'ਤੇ ਆਪਣੇ ਮੈਜਿਸਟ੍ਰੇਟ ਸਾਹਿਬਾਨ ਨੂੰ ਲਗਾ ਰਹੇ ਹਾਂ ਜਿਹੜੇ ਕਿ ਉੱਥੇ ਪਬਲਿਕ ਐਡਰੈਸ ਸਿਸਟਮ ਦੇ ਨਾਲ ਬਾਜ਼ਾਰਾਂ 'ਚ ਜਾ ਕੇ ਉਹਨਾਂ ਨੂੰ ਅਗਾਹ ਕਰਦੇ ਰਹਿਣਗੇ। ਇਸ ਉਮੀਦ ਦੇ ਨਾਲ ਇਹ ਜ਼ਿੰਮੇਵਾਰੀ ਅਸੀਂ ਹੁਣ ਲੋਕਾਂ 'ਤੇ ਪਾਉਣ ਜਾ ਰਹੇ ਹਾਂ, ਪਰਿਵਾਰਾਂ ਨੂੰ ਦੇਣ ਜਾ ਰਹੇ ਹਾਂ ਕਿ ਜੇ ਅਸੀਂ ਹੁਣ ਖੁੱਲ੍ਹ ਦੇ ਰਹੇ ਹਾਂ ਤਾਂ ਇਸ ਖੁੱਲ੍ਹ ਨੂੰ ਆਪਾਂ ਬਹੁਤ ਸਮਝਦਾਰੀ ਦੇ ਨਾਲ ਅਵੇਲ ਕਰੀਏ ਔਰ ਇਹ ਨਾ ਹੋਵੇ ਵੀ ਅਸੀਂ ਇਸ ਖੁੱਲ੍ਹ ਦਾ ਨਜਾਇਜ਼ ਫਾਇਦਾ ਉਠਾਈਏ ਔਰ ਫਿਰ ਦੁਬਾਰਾ ਜਿਹੜੀ ਹੈ ਬਿਮਾਰੀ ਜਿਹੜੀ ਆਪਣੇ ਕੰਟਰੋਲ 'ਚ ਹੈ ਉਹ ਹੱਥੋਂ ਬਾਹਰ ਹੋ ਜਾਵੇ। ਉਮੀਦ ਹੈ ਕਿ ਤੁਸੀਂ ਮੇਰੀ ਜਿਹੜੀ ਹੈ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜੀ ਇਹ ਅਪੀਲ ਹੈ ਸਾਰਿਆਂ ਨੂੰ, ਇਹਨੂੰ ਪੂਰੀ ਸੰਜੀਦਗੀ ਦੇ ਨਾਲ ਜਿਹੜਾ ਹੈ ਇਹਨੂੰ ਸੁਣੋਗੇ ਔਰ ਆਪਣੇ ਮਾਈਂਡ ਦੇ ਵਿੱਚ ਇਸ ਗੱਲ ਨੂੰ ਰਜਿਸਟਰ ਕਰਕੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਦੱਸੋਗੇ। ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣਾ ਸ਼ਹਿਰ ਅਸੀਂ ਹੁਣ ਖੋਲ੍ਹਣ ਜਾ ਰਹੇ ਹਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੱਕ ਡਿਸਿਪਲਿਨ ਵੇ ਦੇ ਨਾਲ ਥੋੜ੍ਹਾ ਥੋੜ੍ਹਾ ਕਰਕੇ ਖੋਲ੍ਹਾਂਗੇ ਔਰ ਉਹਦੇ 'ਚ ਕੁਝ ਦੁਕਾਨਾਂ ਨੂੰ ਜਿਹੜੀ ਮਨਾਹੀ ਹੈ ਜਿਸ ਤਰ੍ਹਾਂ ਕਿ ਮਾਲ, ਜਿਮਨੇਜ਼ੀਅਮ ਹਾਲਸ, ਵਾਲ ਕੱਟਣ ਦੀਆਂ ਦੁਕਾਨਾਂ ਜਾਂ ਇਹੋ ਜਿਹੀਆਂ ਦੁਕਾਨਾਂ ਜਿੱਥੋਂ ਬਿਮਾਰੀ ਹੋਣ ਦਾ ਕੁਛ ਇੱਕ ਅਸੀਂ ਕੈਟਾਗਰੀਜ਼ ਨੂੰ ਅਸੀਂ ਬੈਨ ਰੱਖਿਆ ਹੈ, ਉਹ ਅਜੇ ਵੀ ਬੈਨ ਰਹੇਗੀ, ਉਸ ਆਰਡਰ 'ਚ ਸਪਸ਼ਟ ਕਰ ਦਿੱਤਾ ਜਾਏਗਾ। ਸੋ ਇਸ ਉਮੀਦ ਨਾਲ ਮੈਂ ਸਾਰਿਆਂ ਨੂੰ ਜਿਹੜਾ ਹੈ ਇਹੀ ਅਪੀਲ ਕਰਨੀ ਹੈ ਕਿ ਇਹ ਜਿਹੜਾ ਹੁਕਮ ਅਸੀਂ ਕਰਨ ਜਾ ਰਹੇ ਹਾਂ ਇਹਨੂੰ ਇਨ ਬਿਨ ਜਿਹੜਾ ਹੈ ਤਰੀਕੇ ਦੇ ਨਾਲ ਆਪਣੇ ਆਪਾਂ ਸ਼ਹਿਰ 'ਚ ਇਹਨੂੰ ਲਾਗੂ ਕਰੀਏ ਔਰ ਇਹ ਖੁੱਲ੍ਹਾਂ ਜੇ ਅਸੀਂ ਤਰੀਕੇ ਦੇ ਨਾਲ ਇਹਨਾਂ ਨੂੰ ਲਾਗੂ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਜਿਹੜਾ ਹੈ ਅਸੀਂ ਜੇ ਗ੍ਰੀਨ ਜ਼ੋਨ ਵੱਲ ਨੂੰ ਆ ਜਾਂਦੇ ਹਾਂ ਤਾਂ ਅਸੀਂ ਹੋਰ ਵੀ ਜਿਹੜੀਆਂ ਖੁੱਲ੍ਹਾਂ ਨੇ ਉਹਨਾਂ ਨੂੰ ਬਿਲਕੁਲ ਮੁਕੰਮਲ ਸ਼ਹਿਰ ਨੂੰ ਖੋਲ੍ਹਣ ਵਾਲੇ ਬੰਨੇ ਜਾ ਸਕਦੇ ਹੈਗੇ ਹਾਂ। ਜਿਸ ਤਰੀਕੇ ਨਾਲ ਇੰਡਸਟਰੀ, ਫੈਕਟਰੀਆਂ ਨੂੰ ਅਸੀਂ ਆਲਰੇਡੀ ਖੋਲ੍ਹ ਚੁੱਕੇ ਹਾਂ ਔਰ ਉੱਥੇ ਕੰਮ ਸ਼ੁਰੂ ਵੀ ਹੋ ਗਿਆ ਹੈਗਾ, ਤੋ ਸ਼ਹਿਰ ਵੀ ਆਪਣਾ ਹੁਣ ਖੁੱਲ੍ਹਣ ਜਾ ਰਿਹਾ ਹੈ। ਸੋ ਮੇਰੀ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਸ ਚੀਜ਼ ਨੂੰ ਹੁਣ ਬੜੀ ਜ਼ਿੰਮੇਵਾਰੀ ਦੇ ਨਾਲ ਅੱਗੇ ਲੈ ਕੇ ਚੱਲੀਏ।